Hello everyone, I hope you all are fine. I am Preeti Batesh, lecturer in English. Today I am here with the explanation and the central idea of the poem Mother's Day by Shiv K. Kumar. Dear students, today we are going to do second poem from the book of 10 plus 1, A Panorama of Life. The name of the poem is Mother's Day. ਭਾਵ ਮਾਂ ਦਾ ਦਿਨ. Padma Bhushan awardee Shri Shiv K. Kumar wrote this poem. ਇਸ poem ਵਿੱਚ ਉਹਨਾਂ ਨੇ ਵੈਸਟਰਨ ਐਂਡ ਇੰਡੀਅਨ ਕਲਚਰ ਨੂੰ ਕੰਪੇਅਰ ਐਂਡ ਕੰਟਰਾਸਟ ਕੀਤਾ ਹੈ. In Western countries, Mother's Day is celebrated on second Sunday of May. Means Western countries ਦੇ ਵਿੱਚ ਜੋ ਮਈ ਦਾ ਸੈਕਿੰਡ ਸੰਡੇ ਹੁੰਦਾ ਹੈ ਉਸ ਦਿਨ ਮਦਰਸ ਡੇ ਮਨਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਫਾਦਰਸ ਡੇ ਜੂਨ ਦੇ 3rd ਸੰਡੇ ਨੂੰ ਮਨਾਇਆ ਜਾਂਦਾ ਹੈ. ਵੈਸਟਰਨ ਕੰਟਰੀਜ਼ ਦੇ ਵਿੱਚ ਤਾਂ ਸਾਲ ਵਿੱਚ ਇੱਕ ਦਿਨ ਹੀ ਮਦਰਸ ਡੇ ਮਨਾਇਆ ਜਾਂਦਾ ਹੈ, ਪਰ ਸਾਡੇ ਲਈ ਤਾਂ ਹਰ ਦਿਨ ਹੀ ਮਦਰਸ ਡੇ ਹੁੰਦਾ ਹੈ. ਚਲੋ ਵੇਖਦੇ ਹਾਂ ਸ਼ਿਵ ਕੇ ਕੁਮਾਰ ਜੀ ਨੇ ਇਸ ਬਾਰੇ ਕੀ ਲਿਖਿਆ ਹੈ. We do it differently in this dark continent. Not just once a year, a string of spurious verses ensconced in a bouquet shaped like Chinese house of dreams. We do it differently. ਅਸੀਂ ਇਸ ਨੂੰ ਅਲੱਗ ਤਰੀਕੇ ਨਾਲ ਕਰਦੇ ਹਾਂ. Dark, mysterious continent ਮਹਾਦੀਪ. Not just once a year, ਸਾਲ ਵਿੱਚ ਕੇਵਲ ਇੱਕ ਵਾਰ ਹੀ ਨਹੀਂ. A string means ਮਾਲਾ, spurious, ਝੂਠੇ verses, poetry ਦੇ ਸ਼ਬਦ, ensconced, put safely, ਸੁਰੱਖਿਅਤ ਢੰਗ ਨਾਲ. And bouquet, everyone knows, bouquet is a bunch of flowers shaped like Chinese house of dreams. It's a toy of China ਜਿਹਦੇ ਵਿੱਚ ਇੱਕ ਬਾਕਸ ਹੁੰਦਾ ਤੇ ਉਹਦੇ ਵਿੱਚ ਗਿਫਟ ਰੱਖਿਆ ਗਿਆ ਹੁੰਦਾ. ਸੋ ਇੱਥੇ ਸ਼ਿਵ ਕੇ ਕੁਮਾਰ ਜੀ ਕੀ ਕਹਿ ਰਹੇ ਨੇ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਜੋ ਮਦਰਸ ਡੇ ਹੈ ਉਹ ਸਾਲ ਵਿੱਚ ਕੇਵਲ ਇੱਕ ਵਾਰ ਮਨਾਇਆ ਜਾਂਦਾ ਹੈ. ਇਸ ਦਿਨ ਬੱਚੇ ਆਪਣੀਆਂ ਮਾਵਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੰਦੇ ਹਨ, ਬੁੱਕੇ ਦਿੰਦੇ ਹਨ, ਕਵਿਤਾ ਦੀਆਂ ਝੂਠੀਆਂ ਲਾਈਨਾਂ ਮਾਂ ਨੂੰ ਸਮਰਪਿਤ ਕਰਦੇ ਹਨ, ਨਾਲ ਇੱਕ ਕਾਰਡ ਦੇ ਵਿੱਚ ਝੂਠੀਆਂ ਲਾਈਨਾਂ ਜਿਵੇਂ ਲਿਖ ਕੇ ਦਿੰਦੇ ਹਨ. ਗੁਲਦਸਤੇ ਨੂੰ ਇੱਕ ਬੜਾ ਸੋਹਣਾ ਆਕਾਰ ਦਿੱਤਾ ਜਾਂਦਾ ਹੈ ਜਿਵੇਂ ਚਾਈਨੀਜ਼ ਹਾਊਸ ਆਫ ਡ੍ਰੀਮਸ ਹੋਵੇ. ਪਰ ਇੰਡੀਆ ਵਿੱਚ, ਸਾਡੇ ਭਾਰਤ ਵਿੱਚ, ਜਿਹਨੂੰ ਕਿ ਯੂਰਪ ਦੇ ਲੋਕ ਜਾਂ ਯੂਰਪੀਅਨ ਕੰਟਰੀਜ਼ ਇਸ ਨੂੰ ਬੜਾ ਮਿਸਟੀਰੀਅਸ ਮੰਨਦੇ ਹਨ, ਦੇਸ਼ ਮੰਨਦੇ ਹਨ, ਇਹ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ. ਭਾਰਤ ਵਿੱਚ ਮਾਂ ਸਾਲ ਦੇ ਹਰ ਦਿਨ ਦੇਵੀ ਦੀ ਤਰ੍ਹਾਂ ਪੂਜੀ ਜਾਂਦੀ ਹੈ, ਨਾ ਕਿ ਸਾਲ ਦੇ ਸਿਰਫ ਇੱਕ ਦਿਨ. My mother is more demanding and obeisance at each sunrise. Like a devotee throwing a handful of yellow rice to the birds, holding a candelabrum before an idol just once a year is desecrating it. Poet ਕੀ ਕਹਿ ਰਿਹਾ ਹੈ ਕਿ ਮੇਰੀ ਮਦਰ, ਮੇਰੀ ਮਾਂ is more demanding, ਭਾਵ ਥੋੜੀ ਜ਼ਿਆਦਾ ਉਮੀਦ ਰੱਖਣ ਵਾਲੀ ਹੈ. And obeisance means ਸਤਕਾਰ ਦੇ ਵਿੱਚ ਝੁਕਣਾ. So at each sunrise, ਹਰ ਇੱਕ ਸਵੇਰ ਮੇਰੀ ਮਾਂ ਇਹ ਉਮੀਦ ਰੱਖਦੀ ਹੈ ਕਿ ਮੈਂ ਹਰ ਰੋਜ਼ ਸਵੇਰੇ ਉਸ ਦੇ ਅੱਗੇ ਸਨਮਾਨ ਵਿੱਚ ਸਿਰ ਝੁਕਾ ਕੇ ਉਸ ਦੇ ਪੈਰੀਂ ਹੱਥ ਲਾਵਾਂ. Like a devotee throwing a handful of yellow rice to the birds. ਜਿਸ ਤਰ੍ਹਾਂ ਕੋਈ ਸ਼ਰਧਾਵਾਨ ਵਿਅਕਤੀ ਹਰ ਰੋਜ਼ ਮੁੱਠੀ ਭਰ ਕੇ ਪੀਲੇ ਚੌਲਾਂ ਦੀ ਬਰਡਸ ਨੂੰ ਪਾਉਂਦਾ ਹੈ. Holding a candelabrum before an idol, ਜਾਂ ਅਸੀਂ ਕਿਸੇ ਦੇਵੀ ਦੇਵਤੇ ਸਾਹਮਣੇ ਹਰ ਰੋਜ਼ ਦੀਵਾ ਜਗਾਉਂਦੇ ਹਾਂ. Just once a year is desecrating it. ਸਾਲ ਵਿੱਚ ਸਿਰਫ ਇੱਕ ਵਾਰ ਉਸ ਦਾ ਦਿਨ ਮਨਾਉਣਾ ਤਾਂ ਉਸ ਦਾ ਅਪਮਾਨ ਹੋਵੇਗਾ. ਸੋ ਇੱਕ ਭਾਰਤੀ ਵਾਸਤੇ, ਇੱਕ ਇੰਡੀਅਨ ਦੇ ਲਈ ਮਾਂ ਦੇ ਸਨਮਾਨ ਵਿੱਚ ਸਿਰਫ ਇੱਕ ਦਿਨ ਸਮਰਪਿਤ ਕਰਨਾ, ਸਿਰਫ ਇੱਕ ਦਿਨ ਮਦਰਸ ਡੇ ਮਨਾਉਣਾ ਓਨਾ ਹੀ ਬੁਰਾ ਹੈ ਜਿੰਨਾ ਕਿਸੇ ਦੇਵੀ ਦੇਵਤੇ ਦਾ ਅਪਮਾਨ ਕਰਨਾ.
Whenever I see a caterpillar slouching towards a pence's eye, or hear ancestral voices in a wind's howl, I invoke my deity, sometimes twice a day. पोइट ਕੀ ਕਹਿ ਰਿਹਾ ਹੈ ਕਿ ਜਦ ਕਦੀ ਵੀ ਉਹ ਕੈਟਰਪਿਲਰ ਇੱਕ ਤਰ੍ਹਾਂ ਦਾ ਕੀੜਾ ਹੈ, ਸਲਾਊਚਿੰਗ ਹੌਲੀ ਹੌਲੀ ਚੱਲਣਾ, ਭਾਵ ਜਦ ਕਦੀ ਵੀ ਉਹ ਕੈਟਰਪਿਲਰ ਨੂੰ ਹੌਲੀ ਹੌਲੀ ਚੱਲਦਾ ਹੋਇਆ ਦੇਖਦਾ ਹੈ, ਟੂਵਰਡਸ ਅ ਪੈਂਸੀਜ਼ ਆਈ, ਪੈਂਸੀ ਇੱਕ ਤਰ੍ਹਾਂ ਦਾ ਫੁੱਲ ਹੈ, ਜਿਸ ਤਰ੍ਹਾਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਕੈਟਰਪਿਲਰ ਪੈਂਸੀ ਦੇ ਫੁੱਲ ਵੱਲ ਨੂੰ ਵਧ ਰਿਹਾ ਹੈ। or hear ancestral voices in a wind's howl, ancestral voices ਪੂਰਵਜਾਂ ਦੀਆਂ ਆਵਾਜ਼ਾਂ, winds howl ਤੇਜ਼ ਹਵਾ ਦੀ ਗਰਜਨਾ ਦੇ ਵਿੱਚ, ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਉੱਚੀ ਉੱਚੀ ਚੀਕਾਂ ਮਾਰਦੀ ਹੈ, ਤਾਂ ਮੈਨੂੰ ਕਹਿੰਦਾ ਇੰਜ ਲੱਗਦਾ ਹੈ ਜਿਵੇਂ ਮੇਰੇ ਪੂਰਵਜਾਂ ਦੀਆਂ ਆਵਾਜ਼ਾਂ ਹੋਣ। ਤਾਂ ਕਵੀ ਕੀ ਕਹਿ ਰਿਹਾ ਹੈ ਕਿ ਜਦ ਕਦੀ ਵੀ ਉਹ ਕੈਟਰਪਿਲਰ ਨੂੰ ਚੱਲਦਾ ਹੋਇਆ ਦੇਖਦਾ ਹੈ ਹੌਲੀ ਹੌਲੀ, ਜਾਂ ਤੇਜ਼ ਹਵਾਵਾਂ ਦੀਆਂ ਆਵਾਜ਼ਾਂ ਨੂੰ ਸੁਣਦਾ ਹੈ, ਤਾਂ ਉਸਨੂੰ ਬਹੁਤ ਡਰ ਲੱਗਦਾ ਹੈ। ਆਈ ਇਨਵੋਕ ਮਾਈ ਡਾਇਟੀ, ਇਨਵੋਕ ਯਾਦ ਕਰਨਾ, ਮਾਈ ਡਾਇਟੀ ਆਪਣੀ ਦੇਵੀ ਨੂੰ, ਤਦ ਮੈਂ ਆਪਣੀ ਦੇਵੀ ਨੂੰ ਯਾਦ ਕਰਦਾ ਹਾਂ। ਦੇਵੀ ਕੌਣ ਇੱਥੇ? ਭਾਵ ਮਾਂ ਨੂੰ। ਸਮਟਾਈਮਸ ਟਵਾਈਸ ਅ ਡੇ, ਕਈ ਵਾਰ ਤਾਂ ਦਿਨ ਦੇ ਵਿੱਚ ਦੋ ਵਾਰ, ਭਾਵ ਜਦ ਕਦੀ ਵੀ ਉਸਨੂੰ ਡਰ ਲੱਗਦਾ ਹੈ। ਤੁਸੀਂ ਕਦੀ ਵੀ ਦੇਖਿਆ ਹੋਣਾ, ਜਦ ਕਦੀ ਵੀ ਸਾਨੂੰ ਡਰ ਲੱਗਦਾ ਹੈ, ਸਾਡੇ ਆਪਣੇ ਆਪ ਮਨ ਦੇ ਵਿੱਚੋਂ ਹੇ ਮਾਂ, ਹਾਏ ਮੰਮੀ, ਮਤਲਬ ਇਸ ਤਰੀਕੇ ਦੀ ਆਵਾਜ਼ ਨਿਕਲਦੀ ਹੈ। ਤਾਂ ਕਵੀ ਵੀ ਸਾਨੂੰ ਇਹੀ ਸਮਝਾ ਰਿਹਾ ਹੈ, ਇਹੀ ਦੱਸ ਰਿਹਾ ਹੈ ਇਸ ਪੋਇਟਰੀ ਦੇ ਥਰੂ, ਇਸ ਪੋਇਮ ਦੇ ਵਿੱਚ, ਕਿ ਭਾਰਤ ਦੇ ਵਿੱਚ ਕੇਵਲ ਇੱਕ ਦਿਨ ਹੀ ਮਾਂ ਦਾ ਦਿਨ ਨਹੀਂ ਮਨਾਇਆ ਜਾਂਦਾ, ਬਲਕਿ ਸਾਡਾ ਤਾਂ ਹਰ ਦਿਨ ਹੀ ਮਦਰਸ ਡੇ ਹੁੰਦਾ ਹੈ। ਅਸੀਂ ਹਰ ਰੋਜ਼ ਹਰ ਪਲ ਹੀ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਹਾਂ। Central idea of the poem. In this poem, the poet Shiv K. Kumar wants to convey the idea that mother is a blessing for life. ਇਸ ਕਵਿਤਾ ਦੇ ਵਿੱਚ ਕਵੀ ਸ਼ਿਵ ਕੇ ਕੁਮਾਰ ਇਹ ਵਿਚਾਰ ਦੱਸਣਾ ਚਾਹੁੰਦੇ ਹਨ ਕਿ ਮਾਂ ਜੀਵਨ ਦੇ ਲਈ ਇੱਕ ਵਰਦਾਨ ਹੈ, ਇੱਕ ਬਲੈਸਿੰਗ ਹੈ। She brought us in the world. ਉਹ ਸਾਨੂੰ ਇਸ ਵਰਲਡ ਦੇ ਵਿੱਚ ਲੈ ਕੇ ਆਈ। So we owe our whole life to her. ਇਸ ਲਈ ਸਾਡੀ ਸਾਰੀ ਜ਼ਿੰਦਗੀ ਉਸ ਦੇ ਲਈ ਉਸਦੀ ਕਰਜ਼ਦਾਰ ਹੈ। In the West, a single day is dedicated to mother. ਪੱਛਮੀ ਦੇਸ਼ਾਂ ਦੇ ਵਿੱਚ ਕੇਵਲ ਇੱਕ ਦਿਨ ਮਦਰ ਨੂੰ ਸਮਰਪਿਤ ਕੀਤਾ ਜਾਂਦਾ ਹੈ। It is called Mother's Day. ਇਸ ਨੂੰ Mother's Day ਕਿਹਾ ਜਾਂਦਾ ਹੈ। Dedicating just one day in the whole year to mother is useless. ਮਾਂ ਨੂੰ ਸਾਲ ਵਿੱਚ ਇੱਕ ਦਿਨ ਸਮਰਪਿਤ ਕਰਨਾ ਬੇਕਾਰ ਹੈ, useless ਹੈ। It is nothing but showing disrespect to mother. ਇਹ ਮਾਂ ਦਾ ਨਿਰਾਦਰ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। If we want to show gratitude towards our mother, we should not indulge in such useless celebrations. ਜੇ ਅਸੀਂ ਮਾਂ ਪ੍ਰਤੀ ਸ਼ੁਕਰਗੁਜ਼ਾਰ ਹੋਣਾ ਚਾਹੁੰਦੇ ਹਾਂ, ਸਾਨੂੰ ਅਜਿਹੇ ਬੇਕਾਰ ਦੇ ਜਸ਼ਨਾਂ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ। Rather, we should honor our mothers by serving them. ਬਲਕਿ ਸਾਨੂੰ ਆਪਣੀਆਂ ਮਾਵਾਂ ਦੀ ਸੇਵਾ ਕਰਕੇ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। I want to end this session with a quote. Mothers hold their children's hands for a short while, but their hearts forever. Thanks. Stay home, stay safe.